ਇਹ ਗੱਲ ਕਰਦੇ ਆ ਫਿਰ ਦੂਸਰੀ ਜੇਲ੍ਹ ਨੂੰ ਚੱਲਦੇ ਆ ਹੁਣ ਕਿ ਈਡੀ ਕਹਿੰਦੀ ਆ ਕਿ ਸਜ਼ਾ ਪਰ ਸਤਿੰਦਰ ਜੈਨ ਦਾ ਕਹਿਣਾ ਆ ਕਿ ਇੱਥੇ ਮਜ਼ਾ ਆ ਉਹ ਜੇਲ੍ਹਾਂ ਦੇ ਵਿੱਚ ਹੋ ਕੀ ਰਿਹਾ। ਅਸਲ ਦੇ ਵਿੱਚ ਜੀ ਮਤਲਬ ਦਿੱਲੀ ਦੀ ਇੱਕ ਜੇਲ੍ਹ ਆ, ਨਾ ਸੱਚ ਜੇਲ੍ਹ ਨਹੀਂ ਰੈਸਟੋਰੈਂਟ ਬਣ ਗਿਆ ਹੁਣ ਤਾਂ, ਉਹ ਪਹਿਲਾਂ ਮਸਾਜ ਸੈਂਟਰ ਸੀ ਹੁਣ ਰੈਸਟੋਰੈਂਟ ਬਣ ਗਿਆ। ਸੋ ਦਿੱਲੀ ਦੀ ਜੇਲ੍ਹ ਖੂਬ ਚਰਚਾ ਵਿੱਚ ਹੈ। ਭਾਜਪਾ ਰੋਜ਼ ਵੀਡੀਓ ਜਾਰੀ ਕਰ ਦਿੰਦੀ ਆ ਤੇ ਭਾਜਪਾ ਨੇ ਆਪਣਾ ਕੈਮਰਾ ਲਵਾਇਆ ਅੰਦਰ ਜਾਂ ਈਡੀ ਵਾਲੇ ਕੈਮਰੇ ਤੋਂ ਜਾਰੀ ਹੋ ਰਹੀ ਹੈ, ਇਹ ਵੀ ਸਵਾਲ ਹੈ। ਕਿਉਂਕਿ ਈਡੀ ਨੇ ਇਹ ਫੁਟੇਜ ਜਿਹੜੀ ਜੇਲ੍ਹ ਦੇ ਅੰਦਰ ਸਤਿੰਦਰ ਜੈਨ ਬੰਦ ਹੈ, ਜਿਹੜੀ ਬੈਰਕ ਦੇ ਅੰਦਰ, ਉਸ ਜੇਲ੍ਹ ਦੀ ਉਸ ਬੈਰਕ ਦੀ ਫੁਟੇਜ ਤੇ ਕੁਝ ਫੋਟੋਆਂ ਤੇ ਕੁਝ ਦਸਤਾਵੇਜ਼ ਲਿਖਤੀ ਰੂਪ ਦੇ ਵਿੱਚ ਕੋਰਟ 'ਚ ਜਮ੍ਹਾਂ ਕਰਾਏ ਸੀ, ਮਾਨਯੋਗ ਅਦਾਲਤ ਨੂੰ ਸੌਂਪੇ ਸੀ ਕਿ ਜੀ ਜੇਲ੍ਹ ਦੇ ਅੰਦਰ ਆ ਕੁਝ ਚੱਲਦਾ। ਤੇ ਉਹ ਫੁਟੇਜ ਈਡੀ ਕੋਲ ਹੈ, ਕੋਰਟ ਦੇ ਕੋਲ ਹੈ, ਜਾਂ ਫਿਰ ਜੇਲ੍ਹ ਅਧਿਕਾਰੀਆਂ ਕੋਲ ਹੈ। ਹੁਣ ਜੇਲ੍ਹ ਅਧਿਕਾਰੀ ਤਾਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੋਣਗੇ, ਕਿਉਂਕਿ ਜੇਲ੍ਹਾਂ ਆਮ ਆਦਮੀ ਪਾਰਟੀ ਕੋਲ ਨੇ, ਤਾਂ ਉਹ ਕਿਉਂ ਲੀਕ ਕਰਨਗੇ। ਹਾਂ, ਪੁਲਿਸ ਦਾ ਕੰਟਰੋਲ ਭਾਜਪਾ ਕੋਲ ਹੈ ਤੇ ਈਡੀ ਭਾਜਪਾ ਦੀ ਕਹਿੰਦੇ ਹੈ ਹੀ ਹੱਥ ਟੋਕਾ। ਸੋ ਇਸ ਲਈ ਕਿਹਨੇ ਜਾਰੀ ਕੀਤਾ, ਜਿੱਥੇ ਇਹ ਜਾਂਚ ਦਾ ਵਿਸ਼ਾ ਹੈ, ਉੱਥੇ ਇਹ ਵੱਡਾ ਸਵਾਲ ਆਮ ਆਦਮੀ ਪਾਰਟੀ ਤੇ ਵੀ ਆਉਂਦਾ, ਸਤਿੰਦਰ ਜੈਨ ਤੇ ਵੀ ਆਉਂਦਾ ਕਿ ਭਾਈ ਵੀਡੀਓ ਤਾਂ ਹੀ ਜਾਰੀ ਹੋਈ ਜੇ ਤੁਸੀਂ ਅਜਿਹੀਆਂ ਕਰਤੂਤਾਂ ਕੀਤੀਆਂ। ਜੇ ਉੱਥੇ ਤੁਸੀਂ ਕਾਮ ਕੈਦੀ ਵਾਂਗ ਰਹਿੰਦੇ ਤਾਂ ਉਹ ਵੀਡੀਓ ਕੀ ਕਰ ਲੈਂਦੇ ਜਾਰੀ ਕਰਕੇ। ਸੋ ਇਸ ਲਈ ਜੇਕਰ ਤੁਸੀਂ ਉਸ ਬੈਰਕ ਨੂੰ ਰੈਸਟੋਰੈਂਟ 'ਚ ਬਦਲਿਆ, ਫਿਰ ਹੁਣ ਤੁਸੀਂ ਉਸ ਨੂੰ ਪਹਿਲਾਂ ਮਸਾਜ ਸੈਂਟਰ 'ਚ ਬਦਲਿਆ, ਹੁਣ ਰੈਸਟੋਰੈਂਟ 'ਚ ਬਦਲ ਲਿਆ। ਸੋ ਇਸ ਲਈ ਜੇਲ੍ਹਾਂ 'ਚ ਤੁਸੀਂ ਮਜ਼ੇ ਲੈ ਰਹੇ ਹੋ, ਈਡੀ ਰੌਲਾ ਪਾਈ ਜਾਵੇ ਚਾਹੇ ਸਜ਼ਾ। ਪਹਿਲਾਂ ਉੱਥੇ ਇੱਕ ਬੰਦਾ ਉਹਦੇ ਤੇਲ ਝੱਸਦਾ ਹੈ, ਫਿਰ ਉਹਦੇ ਪੈਰ ਝੱਸਦਾ ਹੈ, ਫਿਰ ਉਹਦੀ ਪਿੱਠ ਦੀ ਮਾਲਿਸ਼ ਕਰਦਾ ਹੈ ਤੇ ਬੀਜੇਪੀ ਕਹਿੰਦੀ ਹੈ ਜੀ ਕਿ ਦੇਖੋ ਜੀ ਇਹ ਮਸਾਜ ਸੈਂਟਰ ਖੋਲਤਾ, ਇਹ ਅੰਦਰ ਜੀ ਕੈਦੀ ਉਹਦੇ ਜੀ ਉਹਦੀ ਸੇਵਾ 'ਚ ਲੱਗੇ ਨੇ। ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਮ ਭਰਦੇ ਆ ਕਿ ਨਹੀਂ ਜੀ ਉਹ ਤਾਂ ਫਿਜ਼ੀਓਥੈਰੇਪਿਸਟ ਨੇ ਤੇ ਉਹ ਉਹਦੀ ਥੈਰੇਪੀ ਕਰ ਰਹੇ ਨੇ, ਉਹਨੂੰ ਲੋੜ ਹੈ, ਉਹਨੂੰ ਥੈਰੇਪੀ ਦੀ ਲੋੜ ਹੈ, ਉਹਦੀ ਪਿੱਠ ਦੀ ਦਿੱਕਤ ਹੈ ਜੀ, ਇਸ ਲਈ ਉਹ ਤਾਂ ਥੈਰੇਪਿਸਟ ਨੇ। ਤੇ ਇਧਰ ਦਸਤਾਵੇਜ਼ਾਂ ਦੇ ਹਵਾਲੇ ਨਾਲ ਭਾਜਪਾ ਬੋਲਦੀ ਆ ਕਿ ਨਹੀਂ ਜੀ ਉਹ ਰੇਪਿਸਟ ਨੇ। ਹੁਣ ਰੇਪਿਸਟ ਉਹਦੀ ਥੈਰੇਪੀ ਕਰ ਰਿਹਾ ਕਿ ਥੈਰੇਪਿਸਟ ਉਹਦੀ ਸੇਵਾ 'ਚ ਲੱਗਿਆ, ਇਹ ਸਵਾਲ ਖੜਾ ਹੋ ਗਿਆ। ਜੇਲ੍ਹ ਦੇ ਅੰਦਰ ਜੇਕਰ ਕਿਸੇ ਨੂੰ ਮੈਡੀਕਲ ਸਹੂਲਤ ਦੀ ਲੋੜ ਹੈ ਤਾਂ ਜੇਲ੍ਹਾਂ ਦੇ ਅੰਦਰ ਹੀ ਇੱਕ ਡਿਸਪੈਂਸਰੀ ਰੂਪ ਹਸਪਤਾਲ ਬਣਿਆ ਹੁੰਦਾ ਛੋਟਾ, ਸੋ ਉੱਥੇ ਲਿਜਾਇਆ ਜਾਂਦਾ ਬੰਦੇ ਨੂੰ। ਤੇ ਉੱਥੇ ਦੇ ਤੈਨਾਤ ਮੁਲਾਜ਼ਮ ਇਹ ਸੇਵਾ 'ਚ ਨਹੀਂ ਹੈਗੇ, ਇਹ ਤਾਂ ਕਹਿੰਦੇ ਕੈਦੀ ਨੇ ਜੀ ਉਹ ਰੇਪ ਦੇ ਮਤਲਬ ਦੋਸ਼ਾਂ ਤਹਿਤ ਅੰਦਰ ਸਜ਼ਾ ਭੁਗਤ ਰਿਹਾ ਤੇ ਉਹ ਉਹਦੀ ਸੇਵਾ 'ਚ ਲੱਗਿਆ। ਇਹੀ ਨਹੀਂ, ਹੋਰ ਕਿੰਨੇ ਕੈਦੀ ਲੱਗੇ ਨੇ ਜਾਂ ਬਾਹਰੋਂ ਕਿੰਨੇ ਲੋਕ ਆਉਂਦੇ ਨੇ, ਉਹ ਵੱਖੋ ਵੱਖ ਫੁਟੇਜ ਦਿਖ ਰਹੇ ਨੇ, 4-5 ਵੀਡੀਓ ਸਾਹਮਣੇ ਆ ਗਈਆਂ। ਸਤਿੰਦਰ ਜੈਨ ਜੇਲ੍ਹ ਦੇ ਅੰਦਰ ਬੈਠ ਕੇ ਦਸਤਾਵੇਜ਼ ਵੀ ਚੈੱਕ ਕਰ ਰਿਹਾ, ਆਪਣੇ ਦਫ਼ਤਰੀ ਕਾਗਜ਼ ਵੀ ਚੈੱਕ ਕਰ ਰਿਹਾ, ਸਿਰ 'ਚ ਤੇਲ ਵੀ ਚੜਾ ਰਿਹਾ, ਪੈਰਾਂ ਦੀ ਮਾਲਿਸ਼ ਵੀ ਕਰਾ ਰਿਹਾ, ਨਵੀਆਂ ਚਾਦਰਾਂ, ਨਵਾਂ ਗਦੈਲਾ, ਨਵਾਂ ਸਿਰਹਾਣਾ ਉਹ ਨਜ਼ਰ ਵੀ ਆ ਰਿਹਾ। ਤੇ ਉਹ ਜੇਲ੍ਹ ਥੋੜਾ, ਉਹ ਤਾਂ ਮਤਲਬ ਹੋਟਲ ਦਾ ਕਮਰਾ ਬਣਿਆ ਹੋਇਆ ਹੈ। ਕੋਲ ਡਸਟਬਿਨ ਪਿਆ ਹੈ, ਟਰੇ ਦੇ ਵਿੱਚ ਇੱਕ ਮੋਬਾਈਲ, ਉਹ ਮੇਰਾ ਖਿਆਲ ਰਿਮੋਟ ਪਿਆ ਦਿਖ ਰਿਹਾ ਸ਼ਾਇਦ ਟੀਵੀ ਦਾ ਹੈ, ਤੇ ਲੋਕ ਆ ਰਹੇ ਨੇ ਜਾ ਰਹੇ ਨੇ। ਤੇ ਉਹ ਤੋਂ ਬਾਅਦ ਹੁਣ ਖਾਣੇ ਵਾਲੇ ਡੱਬੇ। ਇੱਕ ਠੱਗ ਨੇ ਸਤਿੰਦਰ ਜੈਨ ਤੇ ਦੋਸ਼ ਮੜਿਆ ਸੀ ਕਿ ਮੇਤੋਂ ਇਹਨੇ ਪਾਈ ਮਤਲਬ ਕਿ ਟਿਕਟ ਦਿਵਾਉਣ ਦੇ ਨਾਂ ਤੇ ਰਾਜਸਭਾ ਦੀ 50 ਕਰੋੜ ਰੁਪਇਆ ਲਿਆ। ਤੇ ਉਹ ਕਹਿੰਦਾ ਕਿ ਇੱਥੇ ਤਾਂ ਘਰ ਵਾਲੀ ਤੱਕ ਇਹਨਾਂ ਦੀ ਰੋਟੀਆਂ ਦੇ ਡੱਬੇ ਲੈ ਕੇ ਆਉਂਦੀ ਹੈ। ਈਡੀ ਨੇ ਵੀ ਕੁਛ ਅਜਿਹੀ ਰਿਪੋਰਟ ਦਿੱਤੀ ਕਿ ਘਰ ਦਾ ਖਾਣਾ ਆਉਂਦਾ ਜੀ ਸਤਿੰਦਰ ਜੈਨ ਲਈ, ਉਹਦੀ ਪਤਨੀ ਉਸ ਬੈਰਕ 'ਚ ਬੈਠ ਕੇ ਨਾਲ ਰੋਟੀ ਖਾਂਦੀ ਆ। ਸੋ ਹੁਣ ਉਹ ਫੁਟੇਜ ਤਾਂ ਨਹੀਂ ਅਜੇ ਆਈ, ਹੋ ਸਕਦਾ ਦਿੱਲੀ ਦੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਅਜਿਹੀ ਕੋਈ ਹੋਰ ਫੁਟੇਜ ਵੀ ਲੀਕ ਹੋ ਜਾਵੇ, ਕਿਉਂਕਿ ਇਹ ਵੀ ਰਾਜਨੀਤਿਕ ਤੌਰ ਦੇ ਉੱਤੇ ਰਾਜਨੀਤਿਕ ਚਾਲ ਵਜੋਂ ਲੀਕ ਕੀਤੀਆਂ ਜਾ ਰਹੀਆਂ। ਪਰ ਹੁਣ ਆਹ ਨਵਾਂ ਆ ਗਿਆ, 28 ਕਿਲੋ ਵਜਨ ਘਟਿਆ। ਸਤਿੰਦਰ ਜੈਨ ਜੀ ਕਹਿੰਦੇ ਮੈਨੂੰ ਵਧੀਆ ਰੋਟੀ ਨਹੀਂ ਮਿਲਦੀ ਜੇਲ੍ਹ ਦੇ ਅੰਦਰ, ਮੇਰਾ ਵਜਨ 28 ਕਿਲੋ ਘਟ ਗਿਆ, ਅਦਾਲਤ ਦੇ ਵਿੱਚ ਕਿਹਾ। ਤੇ ਹੁਣ ਆ ਫੁਟੇਜ ਦਮ ਭਰਦੀ ਹੈ ਕਿ ਕਿਹੜਾ ਵਜਨ ਘਟ ਗਿਆ ਭਾਈ, ਕਦੇ ਕੱਟਿਆ ਹੋਇਆ ਫਰੂਟ ਤੇ ਕਦੇ ਕੱਟਿਆ ਹੋਇਆ ਸਲਾਦ ਤੇ ਕਦੇ ਪਤਾ ਨਹੀਂ ਪਾਲਕ ਪਨੀਰ ਆ, ਪਤਾ ਨਹੀਂ ਕੀ ਆ ਛਕ ਰਹੇ ਨੇ, ਤੇ ਜਨਾਬ ਦੇ ਮੂਹਰੇ ਡੱਬਿਆਂ ਦੇ ਡੱਬੇ ਪਏ ਨੇ। ਸੋ ਵੀਆਈਪੀ ਖਾਣਾ ਖਾ ਰਹੇ ਹੋ, ਵੀਆਈਪੀ ਸਹੂਲਤਾਂ ਮਾਣ ਰਹੇ ਹੋ, ਵੀਆਈਪੀ ਤਰੀਕੇ ਨਾਲ ਜੇਲ੍ਹ 'ਚ ਬੈਰਕ 'ਚ ਰਹਿ ਰਹੇ ਹੋ। ਸੋ ਜੇਲ੍ਹ ਹੈ, ਰੈਸਟੋਰੈਂਟ ਹੈ ਜਾਂ ਮਸਾਜ ਸੈਂਟਰ ਹੈ, ਇਹ ਤਾਂ ਸਵਾਲ ਉੱਠਣਗੇ। ਸੋ ਜੇਲ੍ਹਾਂ ਨੂੰ ਕਿਵੇਂ ਵਰਤਿਆ ਜਾਂਦਾ, ਇਹ ਸਾਡੇ ਸਾਹਮਣੇ ਇੱਕ ਵੱਡੀ ਉਦਾਹਰਨ ਹੈ। ਯੂਪੀ ਵਾਲਾ ਇੱਕ ਮਤਲਬ ਕਿ ਲਿਆ ਕੇ ਕਾਂਗਰਸ ਨੇ ਆਪਣੇ ਨਾਲ ਸੰਬੰਧਿਤ ਬੰਦੇ ਨੂੰ ਇੱਥੇ ਮਾਨਤਾ ਨਾਲ ਰੱਖਿਆ, ਤੇ ਆਮ ਆਦਮੀ ਪਾਰਟੀ ਕਹਿੰਦੀ ਭਾਈ ਉਹਦੀ ਤਾਂ ਘਰ ਵਾਲੀ ਨੂੰ ਰਹਿਣ ਲਈ ਵੀ ਕਮਰਾ ਤੱਕ ਬਣਾਤਾ ਸੀ ਕਾਂਗਰਸੀਆਂ ਨੇ। ਸੋ ਇਸ ਲਈ ਜੇਲ੍ਹਾਂ ਨੇ ਜਾਂ ਐਸ਼ ਘਰ ਨੇ, ਇਹ ਵੱਡਾ ਸਵਾਲ ਖੜਾ ਹੋ ਗਿਆ। ਬਿਲਕੁਲ ਜੀ, ਜਦੋਂ ਫਿਰ ਸੱਤਾ 'ਚ ਆ ਜਾਂਦੇ ਕੋਈ ਵੀ ਘੱਟ ਨਹੀਂ ਹੁੰਦਾ, ਭੁੱਲ ਜਾਂਦੇ ਆ ਬਹੁਤਾ ਕੁਛ।